Attention Outlook. गौड़ी चेती एक ओंकार सतगुर प्रसाद। हर जस सुनै ना हर गुण गावै, बातन ही ਅਸਮਾਨ ਗਿਰਾਵੈ। ਕਈ ਮਨੁੱਖ ਇਸ ਪ੍ਰਕਾਰ ਦੇ ਹੁੰਦੇ ਨੇ ਜੋ ਨਾ ਤੇ ਪ੍ਰਮਾਤਮਾ ਦੀ ਸਿਫਤ ਸਲਾਹ ਸੁਣਦੇ ਨੇ ਤੇ ਨਾ ਹੀ ਪ੍ਰਮਾਤਮਾ ਦੇ ਗੁਣ ਗਾਉਂਦੇ ਨੇ, ਪਰ ਗੱਲਾਂ ਦੇ ਨਾਲ ਨਿਰੀਆਂ ਸ਼ੇਖੀਆਂ ਮਾਰ-ਮਾਰ ਕੇ ਅਸਮਾਨ ਨੂੰ ਵੀ ਢਾਹ ਲਾਉਂਦੇ ਨੇ, ਗੱਲਾਂ ਬਹੁਤ ਵੱਡੀਆਂ ਵੱਡੀਆਂ ਕਰਦੇ ਨੇ। ਐਸੇ ਲੋਗਨ ਸਿਓ ਕਿਆ ਕਹੀਐ, ਜੋ ਪ੍ਰਭ ਕੀਏ ਭਗਤ ਤੇ ਬਾਹਜ, ਤਿਨ ਤੇ ਸਦਾ ਡਰਾਨੇ ਰਹੀਐ ਰਹਾਉ। ਭਗਤ ਕਬੀਰ ਜੀ ਕਹਿੰਦੇ ਕਿ ਅਜਿਹੇ ਲੋਕਾਂ ਨੂੰ ਕੋਈ ਕੀ ਆਖੇ, ਐਸੇ ਲੋਗਨ ਸਿਓ ਕਿਆ ਕਹੀਐ। ਇਸ ਤਰ੍ਹਾਂ ਦੇ ਲੋਕਾਂ ਨੂੰ ਸਮਝਾਉਣ ਦਾ ਕੋਈ ਲਾਭ ਨਹੀਂ ਹੁੰਦਾ, ਕਿਉਂਕਿ ਜੋ ਪ੍ਰਭ ਕੀਏ ਭਗਤ ਤੇ ਬਾਹਜ, ਜਿਨ੍ਹਾਂ ਨੂੰ ਪ੍ਰਮਾਤਮਾ ਨੇ ਭਗਤੀ ਤੋਂ ਵਾਂਝੇ ਰੱਖਿਆ ਹੈ, ਤਿਨ ਤੇ ਸਦਾ ਡਰਾਨੇ ਰਹੀਐ। ਉਹਨਾਂ ਨੂੰ ਪ੍ਰਮਾਤਮਾ ਨੇ ਹੀ ਭਗਤੀ ਤੋਂ ਵਾਂਝੇ ਰੱਖਿਆ, ਉਹਨਾਂ ਨੂੰ ਪ੍ਰਮਾਤਮਾ ਨੇ ਬਣਾਇਆ ਹੀ ਉਸ ਪ੍ਰਕਾਰ ਦਾ ਹੈ ਕਿ ਉਹ ਪ੍ਰਮਾਤਮਾ ਦੀ ਭਗਤੀ ਕਰ ਹੀ ਨਹੀਂ ਸਕਦੇ। ਸਾਡਾ ਫਰਜ਼ ਬਣਦਾ ਹੈ ਕਿ ਉਹਨਾਂ ਤੋਂ ਡਰ ਕੇ ਰਹੀਏ, ਡਰਾਨੇ ਰਹੀਏ ਭਾਵ ਉਹਨਾਂ ਤੋਂ ਡਰ ਕੇ ਰਹੀਏ, ਉਹਨਾਂ ਤੋਂ ਦੂਰ ਰਹੀਏ। ਡਰ ਕੇ ਰਹੀਏ ਤੋਂ ਭਾਵ ਇਹ ਵੀ ਨਹੀਂ ਕਿ ਅਸੀਂ ਉਹਨਾਂ ਤੋਂ ਡਰਦੇ ਹੀ ਰਹੀਏ ਕਿ ਉਹ ਸਾਡਾ ਕੋਈ ਨੁਕਸਾਨ ਕਰ ਦੇਣਗੇ। ਅਸਲ ਦੇ ਵਿੱਚ ਇੱਥੇ ਭਾਵ ਹੈ ਕਿ ਅਸੀਂ ਉਹਨਾਂ ਤੋਂ ਦੂਰੀ ਬਣਾ ਕੇ ਰੱਖੀਏ, ਕਿਉਂਕਿ ਜਦ ਉਹਨਾਂ ਨੇ ਪ੍ਰਮਾਤਮਾ ਦੇ ਰਸਤੇ 'ਤੇ ਚੱਲਣਾ ਹੋਇਆ ਤਾਂ ਪ੍ਰਮਾਤਮਾ ਖੁਦ ਹੀ ਉਹਨਾਂ ਨੂੰ ਉਹ ਜਾਂਚ ਸਿਖਾਏਗਾ, ਖੁਦ ਹੀ ਉਹਨਾਂ ਦੇ ਮਨ ਦੇ ਵਿੱਚ ਉਹ ਵਿਚਾਰ ਪਾਏਗਾ। ਸਾਡੇ ਪਾਇਆਂ ਉਹ ਵਿਚਾਰ ਉਹਨਾਂ ਦੇ ਮਨ ਦੇ ਵਿੱਚ ਨਹੀਂ ਪੈ ਸਕਦਾ। ਆਪ ਨਾ ਦੇਹੇ ਚੂਰੂ ਭਰ ਪਾਣੀ, ਤਿਹ ਨਿੰਦੈ ਜਿਹ ਗੰਗਾ ਆਨੀ। ਕੁਝ ਮਨੁੱਖ ਇਸ ਪ੍ਰਕਾਰ ਦੇ ਵੀ ਹੁੰਦੇ ਨੇ ਕਿ ਖੁਦ ਤੇ ਉਹ ਕਿਸੇ ਨੂੰ ਚੁੱਲ੍ਹੂ ਪਰ ਪਾਣੀ ਵੀ ਨਹੀਂ ਦਿੰਦੇ, ਪਰ ਨਿੰਦਾ ਉਹਨਾਂ ਦੀ ਕਰਦੇ ਨੇ ਜਿਨ੍ਹਾਂ ਨੇ ਗੰਗਾ ਵਗਾ ਦਿੱਤੀ ਹੁੰਦੀ ਹੈ। ਖੁਦ ਕਿਸੇ ਦੀ ਰੱਤਾ ਜਿੰਨੀ ਵੀ ਮਦਦ ਨਹੀਂ ਕਰਨਗੇ, ਖੁਦ ਰੱਤਾ ਜਿੰਨਾ ਵੀ ਕਾਰਜ ਨਹੀਂ ਕਰਨਗੇ, ਉਹਨਾਂ ਲੋਕਾਂ ਦੀ ਨਿੰਦਾ ਕਰਨਗੇ ਜਿਨ੍ਹਾਂ ਨੇ ਮਨੁੱਖਤਾ ਦੀ ਸੇਵਾ ਕੀਤੀ ਹੋਵੇ, ਜਿਨ੍ਹਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੋਵੇ, ਕੰਮ ਕੀਤਾ ਹੋਵੇ। ਬੈਠਤ ਉਠਤ ਕੁਟਿਲਤਾ ਚਾਲੈ, ਆਪ ਗਏ ਔਰਨ ਹੂ ਘਾਲੈ। ਅਜਿਹੇ ਲੋਕ ਉੱਠਦਿਆਂ ਬਹਿੰਦਿਆਂ ਕੋਝੀਆਂ ਚਾਲਾਂ ਚੱਲਦੇ ਨੇ, ਟੇਢੀਆਂ ਚਾਲਾਂ ਚੱਲਦੇ ਨੇ। ਉਹ ਆਪ ਤੇ ਗਏ ਗੁਜਰੇ ਹੁੰਦੇ ਨੇ, ਦੂਜਿਆਂ ਨੂੰ ਵੀ ਆਪਣੇ ਵਰਗੇ ਬਣਾ ਲੈਂਦੇ ਨੇ, ਕੁਰਾਹੇ ਪਾ ਲੈਂਦੇ ਨੇ। ਛਾੜ ਕੁਚਰਚਾ ਆਨ ਨਾ ਜਾਣੈ, ਬ੍ਰਹਮਾ ਹੂ ਕੋ ਕਹਿਓ ਨਾ ਮਾਨੈ। ਉਹਨਾਂ ਕੋਲ ਕੁਚਰਚਾ ਤੋਂ ਬਿਨਾਂ, ਕੋਝੀ ਚਰਚਾ ਤੋਂ ਬਿਨਾਂ, ਥੋਥੀ ਬਹਿਸ ਤੋਂ ਬਿਨਾਂ ਕਰਨ ਨੂੰ ਕੁਝ ਨਹੀਂ ਹੁੰਦਾ। ਕੋਝੀ ਬਹਿਸ ਤੋਂ ਬਿਨਾਂ ਉਹ ਹੋਰ ਕੁਝ ਵੀ ਕਰਨਾ ਨਹੀਂ ਜਾਣਦੇ। ਸਿਆਣੇ ਤੋਂ ਸਿਆਣਾ ਬੰਦਾ ਵੀ ਉਹਨਾਂ ਨੂੰ ਕੁਝ ਸਮਝਾਉਣ ਦੀ ਕੋਸ਼ਿਸ਼ ਕਰੇ, ਉਹਦੀ ਗੱਲ ਵੀ ਉਹ ਨਹੀਂ ਮੰਨਦੇ, ਉਹਦੀਆਂ ਗੱਲਾਂ ਦਾ ਵੀ ਉਹਨਾਂ 'ਤੇ ਕੋਈ ਅਸਰ ਨਹੀਂ ਹੁੰਦਾ। ਆਪ ਗਏ ਔਰਨ ਹੂ ਖੋਵੈ, ਆਗ ਲਗਾਏ ਮੰਦਰ ਮੈਂ ਸੋਵੈ। ਉਹ ਆਪ ਤੇ ਪ੍ਰਮਾਤਮਾ ਦੇ ਪੰਥ ਤੋਂ, ਭਗਤੀ ਦੇ ਪੰਥ ਤੋਂ ਖੁੰਝੇ ਹੋਏ ਹੁੰਦੇ ਹਨ, ਹੋਰਨਾਂ ਨੂੰ ਵੀ ਖੁੰਝਾਉਂਦੇ ਹਨ। ਉਹਨਾਂ ਦਾ ਹਾਲ ਇਸ ਪ੍ਰਕਾਰ ਹੈ ਜਿਵੇਂ ਕਿ ਉਹ ਆਪਣੇ ਹੀ ਘਰ ਨੂੰ ਅੱਗ ਲਾ ਕੇ ਤੇ ਉਸ ਘਰ ਦੇ ਵਿੱਚ ਸੌਂ ਰਹੇ ਹੋਣ। ਅਵਰਨ ਹਸਤ ਆਪ ਹੈ ਕਾਨੇ, ਤਿਨ ਕੋ ਦੇਖ ਕਬੀਰ ਲਜਾਨੇ। ਅਵਰਨ ਹਸਤ ਭਾਵ ਹੋਰਨਾਂ ਤੇ ਉਹ ਹੱਸਦੇ ਨੇ, ਹੋਰਨਾਂ ਦਾ ਮਖੌਲ ਉਡਾਉਂਦੇ ਨੇ, ਪਰ ਖੁਦ ਉਹ ਕਾਣੇ ਹੁੰਦੇ ਨੇ। ਅਜਿਹੇ ਬੰਦਿਆਂ ਨੂੰ ਵੇਖ ਕੇ ਹੇ ਕਬੀਰ ਸ਼ਰਮ ਆਉਂਦੀ ਹੈ। ਇਸ ਪੂਰੇ ਸ਼ਬਦ ਦੇ ਵਿੱਚ ਭਗਤ ਕਬੀਰ ਜੀ ਮਨਮੁਖ ਮਨੁੱਖਾਂ ਦੀ ਗੱਲ ਕਰਦੇ ਹਨ। ਉਹ ਮਨੁੱਖ ਜੋ ਪ੍ਰਮਾਤਮਾ ਦੇ ਪੰਥ ਤੋਂ ਖੁੰਝੇ ਹੋਏ ਨੇ। ਪ੍ਰਮਾਤਮਾ ਦਾ ਹੀ ਬਣਾਇਆ ਹੋਇਆ ਨਿਯਮ ਹੈ ਕਿ ਭਟਕੇ ਹੋਏ ਇਨਸਾਨ ਨੂੰ ਅਸੀਂ ਕੋਈ ਸਿੱਖਿਆ ਦੇਣੀ ਚਾਹੀਏ ਤੇ ਉਹਦੇ ਤੇ ਉਸ ਸਿੱਖਿਆ ਦਾ ਅਸਰ ਨਹੀਂ ਹੁੰਦਾ, ਪਰ ਦੂਜੇ ਪਾਸੇ ਸਹੀ ਸਲਾਮਤ ਜ਼ਿੰਦਗੀ ਬਤੀਤ ਕਰਦੇ ਹੋਏ ਇਨਸਾਨ ਨੂੰ ਕੋਈ ਕੋਝੀ ਸਿੱਖਿਆ ਦੇ ਦਿੱਤੀ ਜਾਵੇ, ਕੁਰਾਹੇ ਪਾਉਣ ਦੀ ਕੋਸ਼ਿਸ਼ ਕਰ ਦਿੱਤੀ ਜਾਵੇ ਤੇ ਉਹ ਸੌਖਿਆਂ ਕੁਰਾਹੇ ਪੈ ਜਾਂਦਾ ਹੈ। ਭਾਵ ਕਿ ਨੈਗੇਟਿਵ ਨੂੰ ਪੋਜ਼ਿਟਿਵ ਬਣਾਉਣਾ ਔਖਾ ਹੈ, ਪਰ ਪੋਜ਼ਿਟਿਵ ਨੂੰ ਨੈਗੇਟਿਵ ਕਰਨਾ ਬੜਾ ਹੀ ਸੌਖਾ ਹੈ। ਰਾਗ ਗੌੜੀ ਬੈਰਾਗਣ ਕਬੀਰ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਜੀਵਤ ਪਿੱਤਰ ਨਾ ਮਾਨੈ ਕੋਊ,
ਮੂੰਹੇ ਸ਼ਰਾਧ ਕਰਾਹੀ, ਪਿੱਤਰ ਭੀ ਬਪੁਰੇ ਕਹੋ, ਕਿਉ ਪਾਵੈ ਕਊਆ ਕੂਕਰ ਖਾਹੀ। ਬੜੇ ਹੀ ਸਧਾਰਨ ਜਿਹੇ ਅਰਥ ਹਨ, ਸੌਖਿਆਂ ਹੀ ਸਮਝ ਦੇ ਵਿੱਚ ਆਉਣ ਵਾਲੇ ਅਰਥ ਹਨ ਕਿ ਜੀਵਤ ਪਿੱਤਰ ਨਾ ਮਾਨੈ ਕੋ, ਜਿਉਂਦੇ ਜਾਗਦੇ ਮਾਪਿਆਂ ਦਾ ਕੋਈ ਸਤਿਕਾਰ ਨਹੀਂ ਕਰਦਾ, ਉਹਨਾਂ ਨੂੰ ਕੋਈ ਮੰਨਦਾ ਨਹੀਂ। ਮੂੰਹੇ ਸ਼ਰਾਧ ਕਰਾਹੀ, ਤੇ ਉਹਨਾਂ ਦੇ ਮਰਨ ਤੋਂ ਬਾਅਦ ਸ਼ਰਾਧ ਕਰਾਉਂਦੇ ਹਨ। ਸ਼ਰਾਧ ਇੱਕ ਪ੍ਰਕਿਰਿਆ ਹੈ, ਇਹ ਵੀ ਹਿੰਦੂ ਮਤ ਦੇ ਵਿੱਚ ਹੀ ਜ਼ਿਆਦਾਤਰ ਕੀਤੀ ਜਾਂਦੀ ਹੈ। ਜਦ ਕੋਈ ਮਰ ਜਾਂਦਾ ਹੈ ਤਾਂ ਉਹਨਾਂ ਦੇ ਮਰਨ ਤੋਂ ਬਾਅਦ ਬ੍ਰਾਹਮਣ ਆਦਿਕ ਨੂੰ ਭੋਜਨ ਖਵਾਇਆ ਜਾਂਦਾ ਹੈ, ਤੇ ਬਚਿਆ ਖੁਚਿਆ ਕੁੱਤਿਆਂ ਤੇ ਕਾਵਾਂ ਨੂੰ ਵੀ ਪਾ ਦਿੱਤਾ ਜਾਂਦਾ ਹੈ। ਸੋਚ ਇਹ ਹੁੰਦੀ ਹੈ ਕਿ ਉਹ ਭੋਜਨ ਪਿੱਤਰਾਂ ਤੱਕ ਪਹੁੰਚ ਜਾਏਗਾ ਜੋ ਮਰ ਚੁੱਕੇ ਹਨ। ਲੇਕਿਨ ਕਬੀਰ ਜੀ ਸਵਾਲ ਪੁੱਛਦੇ ਹਨ ਕਿ ਪਿੱਤਰ ਭੀ ਬਪੁਰੇ ਕਹੋ ਕਿਉਂ ਪਾਵੈ, ਕਿ ਇਹ ਦੱਸੋ ਕਿ ਉਹ ਜੋ ਮਰ ਚੁੱਕੇ ਹਨ ਉਹ ਤੁਹਾਡੇ ਪਿੱਤਰ ਉਸ ਭੋਜਨ ਨੂੰ ਕਿਵੇਂ ਪ੍ਰਾਪਤ ਕਰ ਸਕਦੇ ਹਨ। ਅਸਲ ਦੇ ਵਿੱਚ ਤੇ ਕਊਆ ਕੂਕਰ ਖਾਹੀ, ਕੁੱਤੇ ਤੇ ਕਾਂ ਹੀ ਉਸ ਭੋਜਨ ਨੂੰ ਖਾਂਦੇ ਹਨ। ਮੋਕੋ ਕੁਸ਼ਲ ਬਤਾਵੋ ਕੋਈ, ਕੁਸ਼ਲ ਕੁਸ਼ਲ ਕਰਤੇ ਜਗ ਬਿਨਸੈ, ਕੁਸ਼ਲ ਭੀ ਕੈਸੇ ਹੋਈ ਰਹਾਓ। ਕਬੀਰ ਜੀ ਕਹਿੰਦੇ ਕਿ ਮੈਨੂੰ ਕੋਈ ਅਜਿਹੀ ਧਿਰ ਮਿਲਾਵੋ, ਕੋਈ ਅਜਿਹਾ ਇਨਸਾਨ, ਕੋਈ ਅਜਿਹਾ ਪਰਿਵਾਰ ਮਿਲਾਵੋ ਜਿੱਥੇ ਸ਼ਰਾਧ ਕਰਾਉਣ ਦੇ ਕਰਕੇ ਸੁੱਖ ਹੋਵੇ ਪਰਿਵਾਰ ਦੇ ਵਿੱਚ। ਮੋਕੋ ਕੁਸ਼ਲ ਬਤਾਵੋ ਕੋਈ, ਦੱਸੋ ਮੈਨੂੰ ਕਿ ਕੋਈ ਪਰਿਵਾਰ ਹੋਵੇ ਜਿੱਥੇ ਸੁੱਖ ਸ਼ਾਂਤੀ ਹੋਵੇ ਘਰ ਪਰਿਵਾਰ ਦੇ ਵਿੱਚ, ਤੇ ਉਹ ਸੁੱਖ ਸ਼ਾਂਤੀ ਨੂੰ ਤੁਸੀਂ, ਉਸ ਸੁੱਖ ਸ਼ਾਂਤੀ ਦਾ ਜੋ ਕ੍ਰੈਡਿਟ ਹੈ ਉਹ ਤੁਸੀਂ ਸ਼ਰਾਧਾਂ ਨੂੰ ਦੇ ਸਕੋ ਕਿ ਇਹ ਸਾਡੇ ਜੋ ਸੁੱਖ ਸ਼ਾਂਤੀ ਹੈ ਉਹ ਸ਼ਰਾਧ ਕਰਾਉਣ ਕਰਕੇ ਹੈ। ਜੇ ਕੋਈ ਪਰਿਵਾਰ, ਸੋਚਣ ਵਾਲੀ ਗੱਲ ਹੈ, ਜੇਕਰ ਕਿਸੇ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਹੋਵੇ ਵੀ ਤੇ ਕੁਦਰਤ ਵਜੋਂ ਉਸ ਸ਼ਰਾਧ ਕਰਾਉਂਦੇ ਵੀ ਹੋਣ ਤੇ ਉਹ ਇਹ ਕਹਿ ਦੇਣ ਕਿ ਸ਼ਰਾਧਾਂ ਕਰਕੇ ਸਾਡੇ ਘਰ ਵਿੱਚ ਸੁੱਖ ਸ਼ਾਂਤੀ ਹੈ, ਤਾਂ ਉੱਥੇ ਸਵਾਲ ਦੂਜਾ ਉੱਠੇਗਾ, ਉਹ ਇਹ ਕਿ ਬਥੇਰੇ ਅਜਿਹੇ ਪਰਿਵਾਰ ਹੋਣਗੇ ਜਿਹੜੇ ਸ਼ਰਾਧ ਕਰਵਾਉਂਦੇ ਹੋਣਗੇ ਪਰ ਫਿਰ ਵੀ ਘਰ ਦੇ ਵਿੱਚ ਦੁੱਖ ਕਲੇਸ਼ ਆਉਂਦੇ ਹੋਣਗੇ। ਦੁੱਖ ਤੇ ਆਉਣਾ ਹੀ ਆਉਣਾ, ਉਹ ਤਾਂ ਹਰ ਪਰਿਵਾਰ ਦੇ ਵਿੱਚ ਹੀ ਆਏਗਾ। ਕਲੇਸ਼ ਕਹਿ ਸਕਦੇ ਹਾਂ, ਕੋਈ ਪਰਿਵਾਰ ਸਮਝਦਾਰ ਹੋ ਸਕਦਾ ਹੈ, ਉਹ ਕਲੇਸ਼ ਨਹੀਂ ਵੀ ਕਰਦਾ ਹੋ ਸਕਦਾ। ਪਰ ਇਹ ਜੋ ਸੋਚ ਹੈ ਕਿ ਜੇ ਅਸੀਂ ਸ਼ਰਾਧ ਕਰਾਉਂਦੇ ਰਹਾਂਗੇ ਪਿੱਤਰਾਂ ਤੱਕ ਭੋਜਨ ਪਹੁੰਚਦਾ ਰਹੇਗਾ, ਉਹ ਆਪਦੇ ਉੱਥੇ ਸੁਖੀ ਰਹਿਣਗੇ, ਪਰਿਵਾਰ ਨੂੰ ਤੰਗ ਨਹੀਂ ਕਰਨਗੇ, ਇਹ ਵਾਲੀ ਸੋਚ ਤੇ ਕਬੀਰ ਜੀ ਸਵਾਲ ਉਠਾਉਂਦੇ ਨੇ ਤੇ ਪੁੱਛਦੇ ਨੇ ਕਿ ਮੈਨੂੰ ਕੋਈ ਅਜਿਹੀ ਧਿਰ ਮਿਲਾਵੋ ਜਿਹੜੀ ਦਾਅਵੇ ਨਾਲ ਇਹ ਗੱਲ ਕਹਿ ਸਕੇ ਕਿ ਸ਼ਰਾਧ ਕਰਾਉਣ ਕਰਕੇ ਸਾਡੇ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਹੈ। ਕੁਸ਼ਲ ਕੁਸ਼ਲ ਕਰਤੇ ਜਗ ਬਿਨਸੈ, ਕੁਸ਼ਲ ਭੀ ਕੈਸੇ ਹੋਈ ਰਹਾਓ। ਸਾਰਾ ਜਗਤ ਇਸ ਵਹਿਮ ਭਰਮ ਦੇ ਵਿੱਚ ਖਪ ਰਿਹਾ ਹੈ ਕਿ ਪਿੱਤਰਾਂ ਦੇ ਨਿਮਿਤ ਸ਼ਰਾਧ ਕੀਤਿਆਂ ਘਰ ਵਿੱਚ ਸੁੱਖ ਆਨੰਦ ਬਣਿਆ ਰਹਿੰਦਾ ਹੈ। ਕੁਸ਼ਲ ਭੀ ਕੈਸੇ ਹੋਈ, ਪਰ ਕਿਵੇਂ ਸ਼ਰਾਧ ਕਰਾਉਣ ਦਾ ਤੇ ਘਰ ਦੇ ਵਿੱਚ ਸੁੱਖ ਸ਼ਾਂਤੀ ਦਾ ਸੰਬੰਧ ਕੀ ਹੈ ਆਪਸ ਦੇ ਵਿੱਚ, ਕਿਵੇਂ ਸ਼ਰਾਧ ਕਰਾਉਣ ਦੇ ਨਾਲ ਸੁੱਖ ਸ਼ਾਂਤੀ ਆਉਂਦੀ ਹੈ, ਇਹ ਸਵਾਲ ਪੁੱਛਿਆ ਗਿਆ ਹੈ ਕਿ ਕੋਈ ਤਰਕ ਦੇ ਆਧਾਰ ਤੇ ਸਮਝਾਓ, ਲੌਜਿਕ ਦੇ ਆਧਾਰ ਤੇ ਸਮਝਾਓ ਕਿ ਇਹ ਦੋ ਗੱਲਾਂ ਆਪਸ ਦੇ ਵਿੱਚ ਕਿਵੇਂ ਜੁੜਦੀਆਂ ਨੇ। ਮਾਟੀ ਕੇ ਕਰ ਦੇਵੀ ਦੇਵਾ, ਤਿਸ ਆਗੈ ਜਿਉ ਦੇਹੀ, ਐਸੇ ਪਿੱਤਰ ਤੁਮਾਰੇ ਕਹੀਐ, ਆਪਨ ਕਹਿਆ ਨਾ ਲੇਹੀ। ਹੁਣ ਇੱਕ ਹੋਰ ਰਸਮ, ਵਿਆਹ ਸ਼ਾਦੀਆਂ ਦੇ ਸਮੇਂ ਜੋ ਪੁਰਾਤਨ ਖਿਆਲਾਂ ਵਾਲੇ ਹਿੰਦੂ ਹਨ ਉਹ ਇੱਕ ਰਸਮ ਕਰਦੇ ਹਨ ਜਿਹਨੂੰ ਵੱਡੇ ਅੱਡ ਦੇ ਕਿਹਾ ਜਾਂਦਾ ਹੈ। ਵੱਡੇ ਅੱਡਣਾ, ਘਰ ਦੇ ਵਿੱਚ ਕਿਸੇ ਦੇ ਜਗ੍ਹਾ ਦੇ ਉੱਪਰ ਪੋਚਾ ਮਾਰ ਕੇ ਤੇ ਮਿੱਟੀ ਦੇ ਵੱਡੇ ਬਣਾਏ ਜਾਂਦੇ ਹਨ। ਉਹਨਾਂ ਨੂੰ ਵੱਡੇ ਕਹਿ ਲਓ, ਪਿੱਤਰ ਕਹਿ ਲਓ, ਦੇਵੀ ਦੇਵਤੇ ਕਹਿ ਲਓ, ਤੇ ਉਹਨਾਂ ਦੇ ਅੱਗੇ ਪਾਣੀ ਦਾ ਘੜਾ ਭਰ ਕੇ ਰੱਖ ਦਿੰਦੇ ਹਨ। ਵਿਆਹ ਵਾਲੇ ਕੁੜੀ ਤੇ ਮੁੰਡਾ ਉੱਥੇ ਮੱਥਾ ਟੇਕਦੇ ਨੇ ਤੇ ਆਪਣੇ ਪਿੱਤਰਾਂ ਦੇ ਪਾਸੋਂ ਆਨੰਦ ਦੀ ਅਸੀਸ ਲੈਂਦੇ ਨੇ। ਤੇ ਇਸੇ ਪ੍ਰਕਿਰਿਆ ਦਾ ਹੀ ਹਿੱਸਾ ਕਿਸੇ ਜਾਨਵਰ ਦੀ ਬਲੀ ਦੇਣਾ ਵੀ ਹੈ। ਕਬੀਰ ਜੀ ਕਹਿੰਦੇ ਮਾਟੀ ਕੇ ਕਰ ਦੇਵੀ ਦੇਵਾ, ਕਿ ਮਿੱਟੀ ਦੇ ਦੇਵੀ ਦੇਵਤਾ ਬਣਾ ਕੇ ਤਿਸ ਆਗੈ ਜੀਉ ਦੇਹੀ, ਜੀਉ ਤੋਂ ਭਾਵ ਜੀਵਤ ਜੀਵ, ਮਿੱਟੀ ਦੇ ਦੇਵੀ ਦੇਵਤਾ ਬਣਾ ਕੇ ਉਹਨਾਂ ਦੇ ਅੱਗੇ ਜੀਵਤ ਜੀਵ ਦੀ, ਕਿਸੇ ਪਸ਼ੂ ਦੀ, ਜ਼ਿਆਦਾਤਰ ਬੱਕਰੇ ਦੀ ਕੁਰਬਾਨੀ ਦਿੰਦੇ ਹਨ। ਐਸੇ ਪਿੱਤਰ ਤੁਮਾਰੇ ਕਹੀਐ,
ਆਪਨ ਕਹਿਆ ਨਾ ਲੇਹੀ। ਬੱਕਰੇ ਦੀ ਕੁਰਬਾਨੀ ਦੇ ਦਿੰਦੇ ਹੋ, ਪਰ ਕੀ ਉਹਨਾਂ ਪਿੱਤਰਾਂ ਨੂੰ ਉਹ ਬੱਕਰਾ ਚਾਹੀਦਾ ਜਾਂ ਕੁਝ ਹੋਰ ਚਾਹੀਦਾ? ਇਹ ਮਿੱਟੀ ਦੇ ਜੋ ਤੁਸੀਂ ਬਣਾਏ ਨੇ, ਇਹ ਤੇ ਤੁਹਾਡੇ ਪਿੱਤਰ ਨੇ, ਜਿਹੜੇ ਆਪਣੇ ਮੁੱਖੋਂ ਬੋਲ ਕੇ ਕੁਝ ਲੈ ਵੀ ਨਹੀਂ ਸਕਦੇ। ਆਪਨ ਕਹਿਆ ਨਾ ਲੇਹੀ, ਆਪਣੇ ਮੁੱਖੋਂ ਬੋਲ ਕੇ ਨਹੀਂ ਲੈ ਸਕਦੇ। ਜੋ ਤੁਹਾਡਾ ਦਿਲ ਕਰਦਾ ਹੈ ਉਹ ਤੁਸੀਂ ਉਹਨਾਂ ਦੇ ਅੱਗੇ ਰੱਖ ਦਿੰਦੇ ਹੋ। ਤੇ ਅਗਲੀ ਵੱਡੀ ਗੱਲ, ਸਰਜੀਓ ਕਾਟੈ ਨਿਰਜੀਓ ਪੂਜੈ ਅੰਤ ਕਾਲ ਕਉ ਭਾਰੀ। ਸਰਜੀਓ ਭਾਵ ਜੋ ਜਿਉਂਦਾ ਹੈ, ਤੇ ਨਿਰਜੀਓ ਭਾਵ ਜੋ ਮਰ ਚੁੱਕਿਆ ਹੈ, ਜੋ ਜੀਵਤ ਨਹੀਂ ਹੈ। ਖਾਸ ਤੌਰ ਤੇ ਇਹਨਾਂ ਪੰਕਤੀਆਂ ਦੇ ਵਿੱਚ ਸਰਜੀਓ ਤੋਂ ਭਾਵ ਉਹ ਬੱਕਰਾ ਜਿਸ ਦੀ ਬਲੀ ਦਿੱਤੀ ਜਾਂਦੀ ਹੈ, ਨਿਰਜੀਓ ਤੋਂ ਭਾਵ ਮਿੱਟੀ ਦੇ ਬਣਾਏ ਹੋਏ ਉਹ ਪਿੱਤਰ ਜਾਂ ਦੇਵੀ ਦੇਵਤੇ ਜਿਨ੍ਹਾਂ ਨੂੰ ਪੂਜਿਆ ਜਾਂਦਾ ਹੈ। ਕਹਿੰਦੇ ਸਰਜੀਓ ਕਾਟੈ ਨਿਰਜੀਓ ਪੂਜੈ, ਜੋ ਨਿਰਜੀਵ ਹੈ ਉਹਨੂੰ ਤੁਸੀਂ ਪੂਜਦੇ ਹੋ, ਜੋ ਜੀਵਤ ਹੈ ਉਹਦੀ ਤੁਸੀਂ ਬਲੀ ਦੇ ਦਿੰਦੇ ਹੋ, ਉਹਨੂੰ ਤੁਸੀਂ ਕੱਟਦੇ ਹੋ। ਇਸ ਤਰ੍ਹਾਂ ਕਰਕੇ ਅੰਤ ਕਾਲ ਕੋ ਭਾਰੀ, ਆਪਣਾ ਅੱਗਾ ਵਿਗਾੜ ਰਹੇ ਹੋ। ਰਾਮ ਨਾਮ ਕੀ ਗਤ ਨਹੀਂ ਜਾਨੀ, ਭੈ ਡੂਬੇ ਸੰਸਾਰੀ। ਦੇਵੀ ਦੇਵਤਿਆਂ ਦੀ ਪੂਜਾ ਵੀ ਕਰ ਰਹੇ ਹੋ, ਪਰ ਫਿਰ ਵੀ ਸਹਿਮੇ ਰਹਿੰਦੇ ਹੋ, ਫਿਰ ਵੀ ਡਰ ਰਹਿੰਦਾ ਹੈ। ਜੋ ਵੀ ਇਨਸਾਨ ਇਸ ਪ੍ਰਕਾਰ ਦੀਆਂ ਪ੍ਰਕਿਰਿਆਵਾਂ ਕਰਦਾ ਹੈ, ਉਹਦਾ ਸਭ ਤੋਂ ਵੱਡਾ ਡਰ ਕਿ ਕਿਸੇ ਪ੍ਰਕਿਰਿਆ ਦੇ ਵਿੱਚ ਕੋਈ ਵਿਘਨ ਨਾ ਪੈ ਜਾਵੇ। ਪ੍ਰਕਿਰਿਆ ਜਿਵੇਂ ਦੱਸੀ ਗਈ ਹੈ ਉਹਦੇ ਤੋਂ ਰੱਤੀ ਭਰ ਵੀ ਇੱਧਰ ਉੱਧਰ ਨਾ ਹੋ ਜਾਵੇ, ਕੋਈ ਗਲਤੀ ਨਾ ਹੋ ਜਾਵੇ ਪ੍ਰਕਿਰਿਆ ਕਰਦੇ ਦੌਰਾਨ। ਇਹ ਡਰ ਹੈ ਉਹਨਾਂ ਦੇ ਦਿਲਾਂ ਵਿੱਚ। ਕਿਉਂ? ਕਿਉਂਕਿ ਰਾਮ ਨਾਮ ਕੀ ਗਤ ਨਹੀਂ ਜਾਣੀ। ਪਰਮਾਤਮਾ ਦੇ ਨਾਮ ਨਾਲ ਜੋ ਉੱਚੀ ਆਤਮਿਕ ਅਵਸਥਾ ਬਣਦੀ ਹੈ, ਉਹ ਅਵਸਥਾ ਨਹੀਂ ਜਾਣੀ, ਉਸ ਅਵਸਥਾ ਦੀ ਪਛਾਣ ਨਹੀਂ ਕੀਤੀ। ਇਸ ਕਰਕੇ ਭੈ ਡੁੱਬੇ ਸੰਸਾਰੀ, ਇਸ ਸੰਸਾਰਕ ਡਰ ਦੇ ਵਿੱਚ ਡੁੱਬੇ ਰਹਿੰਦੇ ਨੇ। ਦੇਵੀ ਦੇਵਾ ਪੂਜੈ ਡੋਲੈ, ਪਾਰ ਬ੍ਰਹਮ ਨਹੀਂ ਜਾਣਾ। ਪਿਛਲੀ ਪੰਕਤੀ ਵਰਗੀ ਹੀ ਪੰਕਤੀ ਹੈ ਕਿ ਦੇਵੀ ਦੇਵਤਿਆਂ ਦੀ ਪੂਜਾ ਵੀ ਕਰਦੇ ਹੋ, ਪਰ ਡੋਲਦੇ ਵੀ। ਕਿਉਂ? ਪਾਰ ਬ੍ਰਹਮ ਨਹੀਂ ਜਾਣਾ, ਕਿਉਂਕਿ ਜੋ ਅਸਲ ਅਕਾਲ ਪੁਰਖ ਹੈ ਉਹਨੂੰ ਤੁਸੀਂ ਜਾਣਿਆ ਹੀ ਨਹੀਂ। ਕਹਿਤ ਕਬੀਰ ਅਕੁਲ ਨਹੀਂ ਚੇਤਿਆ, ਵਿਖਿਆ ਸਿਉ ਲਪਟਾਨਾ। ਕਬੀਰ ਆਖਦਾ ਹੈ ਕਿ ਜੋ ਅਕੁਲ ਹੈ, ਭਾਵ ਜੋ ਕੁੱਲ ਅਤੇ ਜਾਤ ਤੋਂ ਰਹਿਤ ਹੈ, ਉਸ ਪਰਮਾਤਮਾ ਨੂੰ ਤੁਸੀਂ ਚੇਤਿਆ ਨਹੀਂ, ਚੇਤੇ ਦੇ ਵਿੱਚ ਰੱਖਿਆ ਨਹੀਂ। ਵਿਖਿਆ ਸਿਉ ਲਪਟਾਨਾ, ਮਾਇਆ ਦੇ ਸੰਗ ਹੀ ਲਿਪਟੇ ਰਹੇ। ਸੋ ਪੂਰੇ ਸ਼ਬਦ ਦੇ ਵਿੱਚ ਸ਼ਰਾਧਾਂ ਦੀ ਤੇ ਵੱਡੇ ਅੱਡਣ ਦੀ ਇਹ ਦੋ ਪ੍ਰਕਿਰਿਆਵਾਂ, ਦੋ ਰਸਮਾਂ, ਇਹਨਾਂ ਦਾ ਖੰਡਨ ਕਬੀਰ ਜੀ ਨੇ ਕੀਤਾ ਹੈ। ਕੁਝ ਸਵਾਲ ਵੀ ਪੁੱਛੇ ਨੇ ਕਿ ਸਮਝਾਓ ਤੇ ਸਹੀ ਕਿ ਅਜਿਹਾ ਕਰਨ ਦੇ ਨਾਲ ਕਿਵੇਂ ਸੁੱਖ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਤੇ ਇੱਕ ਵੱਡੀ ਗੱਲ ਜੋ ਕੀਤੀ ਕਿ ਤੁਸੀਂ ਨਿਰਜੀਵ ਨੂੰ ਪੂਜ ਰਹੇ ਹੋ, ਤੇ ਜੋ ਸਰਜੀਵ ਹੈ, ਜੋ ਜੀਵਤ ਹੈ, ਉਹਨੂੰ ਤੁਸੀਂ ਕੱਟ ਰਹੇ ਹੋ। ਇਹ ਕਿੱਦਾਂ ਦਾ ਨਿਆਂ ਹੋਇਆ? ਗੌੜੀ ਜੀਵਤ ਮਰੈ ਮਰੈ ਫੁਨ ਜੀਵੈ, ਐਸੇ ਸੁਨ ਸਮਾਇਆ, ਅੰਜਨ ਮਾਹੇ ਨਿਰੰਜਨ ਰਹੀਐ, ਬਹੁੜ ਨਾ ਭਵਜਲ ਪਾਇਆ। ਜੀਵਤ ਮਰੈ, ਜੋ ਮਨੁੱਖ ਜਿਉਂਦੇ ਜੀ ਮਰ ਜਾਂਦਾ ਹੈ, ਮਰਨਾ ਕਿਹੜੇ ਪਾਸਿਓਂ ਹੈ? ਵਿਕਾਰਾਂ ਵਾਲੇ ਪਾਸਿਓਂ। ਮਰੈ ਫੁਨ ਜੀਵੈ, ਉਹ ਮਰ ਕੇ ਫਿਰ ਤੋਂ ਜਿਉਂ ਉੱਠਦਾ ਹੈ। ਵਿਕਾਰਾਂ ਵਾਲੇ ਪਾਸਿਓਂ ਮਰ ਗਿਆ ਤੇ ਉੱਚੀ ਆਤਮਿਕ ਅਵਸਥਾ ਦੇ ਵਿੱਚ ਜਿਉਂ ਉੱਠਿਆ। ਐਸੇ ਸੁੰਨ ਸਮਾਇਆ, ਉਹ ਉਸ ਅਵਸਥਾ ਦੇ ਵਿੱਚ, ਉਸ ਸੁੰਨ ਵਾਲੀ ਅਵਸਥਾ ਦੇ ਵਿੱਚ ਲੀਨ ਹੋ ਜਾਂਦਾ ਹੈ, ਸਮਾ ਜਾਂਦਾ ਹੈ, ਜਿੱਥੇ ਵਿਕਾਰ ਹਨ ਹੀ ਨਹੀਂ, ਵਿਕਾਰਾਂ ਵੱਲੋਂ ਸੁੰਨ ਹੈ। ਤੇ ਅਜਿਹਾ ਮਨੁੱਖ ਅੰਜਨ ਮਾਹੇ ਨਿਰੰਜਨ ਰਹੀਐ। ਅੰਜਨ ਭਾਵ ਮਾਇਆ ਦੇ ਵਿੱਚ ਵਿਚਰਦਾ ਹੋਇਆ, ਮਾਇਆ ਦੇ ਵਿੱਚ ਮਾਇਆ ਤੋਂ ਰਹਿਤ ਹੋ ਕੇ, ਅੰਜਨ ਦੇ ਵਿੱਚ ਨਿਰੰਜਨ ਹੋ ਕੇ ਵਿਚਰਦਾ ਹੈ। ਬਹੁੜ ਨਾ ਭਵਜਲ ਪਾਇਆ, ਫਿਰ ਉਹ ਮਾਇਆ ਦੀ ਘੁੰਮਣ ਘੇਰੀ ਦੇ ਵਿੱਚ ਨਹੀਂ ਫਸਦਾ। ਆਪਣੇ ਅੰਦਰੋਂ ਵਿਕਾਰ ਮਾਰ ਲਏ, ਉੱਚੀ ਆਤਮਿਕ ਅਵਸਥਾ ਦੇ ਵਿੱਚ ਜੀਵਤ ਹੋ ਗਿਆ। ਮਾਇਆ ਰੂਪ ਸੰਸਾਰ ਦੇ ਵਿੱਚ ਮਾਇਆ ਤੋਂ ਰਹਿਤ ਹੋ ਕੇ ਵਿਚਰਨ ਲੱਗਿਆ ਤੇ ਮਾਇਆ ਦੀ ਘੁੰਮਣ ਘੇਰੀ ਦੇ ਵਿੱਚ ਫਸਣ ਤੋਂ ਸਦਾ ਦੇ ਲਈ ਬਚ ਗਿਆ। ਮੇਰੇ ਰਾਮ ਐਸਾ ਖੀਰ ਬਿਲੋਈਐ, ਹੇ ਮੇਰੇ ਪ੍ਰਭੂ ਮੇਰੀ ਮਦਦ ਕਰ, ਮੇਰੇ ਮਨ ਰੂਪੀ ਦੁੱਧ ਨੂੰ ਰਿੜਕਣ ਦੇ ਵਿੱਚ। ਖੀਰ ਤੋਂ ਇੱਥੇ ਭਾਵ ਦੁੱਧ ਲਿਆ ਗਿਆ ਹੈ। ਕਾਰਨ ਇਹ ਹੈ ਕਿ ਇਹਦੇ ਪਿੱਛੇ ਜੋ ਸ਼ਬਦ ਬਿਲੋਈਆ ਹੈ, ਉਹਦਾ ਅਰਥ ਹੈ ਰਿੜਕਣਾ। ਖੀਰ ਨੂੰ ਰਿੜਕਿਆ ਨਹੀਂ ਜਾਂਦਾ, ਦੁੱਧ ਨੂੰ ਰਿੜਕਿਆ ਜਾਂਦਾ ਹੈ।
ਹਾਲਾਂਕਿ ਰਿੜਕਿਆ ਤੇ ਦਹੀਂ ਨੂੰ ਜਾਂਦਾ ਹੈ, ਪਰ ਆਮ ਬੋਲ ਚਾਲ ਦੀ ਭਾਸ਼ਾ ਦੇ ਵਿੱਚ ਦੁੱਧ ਰਿੜਕਣਾ ਹੀ ਕਹਿ ਦਿੱਤਾ ਜਾਂਦਾ ਹੈ। ਸੋ ਹੇ ਮੇਰੇ ਪ੍ਰਭੂ, ਮੇਰੀ ਮਦਦ ਕਰ ਮੇਰੇ ਮਨ ਰੂਪੀ ਦੁੱਧ ਨੂੰ ਰਿੜਕਣ ਦੇ ਵਿੱਚ। ਤੇ ਰਿੜਕ ਕੇ ਬਣਾਉਣਾ ਕੀ ਹੈ? ਨਾਮ ਅੰਮ੍ਰਿਤ। ਗੁਰਮਤਿ ਮਨੁਆ ਅਸਥਿਰ ਰਾਖੋ। ਮੇਰੀ ਮਦਦ ਕਰ ਕਿ ਮੈਂ ਗੁਰਮਤਿ ਤੇ ਤੁਰ ਕੇ ਆਪਣੇ ਮਨ ਨੂੰ ਅਸਥਿਰ ਭਾਵ ਅਡੋਲ ਰੱਖ ਸਕਾਂ ਤੇ ਇਸ ਤਰੀਕੇ ਨਾਮ ਅੰਮ੍ਰਿਤ ਪੀ ਸਕਾਂ। ਗੁਰ ਕੈ ਬਾਣ ਬੱਜਰ ਕਲ ਛੇਦੀ, ਪ੍ਰਗਟਿਆ ਪਦ ਪ੍ਰਗਾਸਾ। ਸ਼ਕਤ ਅੰਧੇਰ ਜੇਵੜੀ ਭ੍ਰਮ ਚੂਕਾ, ਨਿਹਚਲ ਸ਼ਿਵ ਘਰ ਵਾਸਾ। ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਰੂਪ ਤੀਰ ਦੇ ਨਾਲ ਕਰੜੀ ਮਨੋ ਕਲਪਨਾ ਵਿੰਨ ਲਈ ਹੈ, ਭਾਵ ਕਿ ਮਨ ਨੂੰ ਵਿਕਾਰਾਂ ਤੋਂ ਬਚਾਉਣ ਦੀ ਕਲਪਨਾ ਕਰ ਲਈ, ਪੱਕੀ ਕਲਪਨਾ ਕਰ ਲਈ ਕਿ ਮੈਂ ਆਪਣੇ ਮਨ ਨੂੰ ਵਿਕਾਰਾਂ ਵੱਲ ਦੌੜਨ ਨਹੀਂ ਦੇਣਾ, ਉਸ ਮਨੁੱਖ ਦੇ ਅੰਦਰ ਪ੍ਰਕਾਸ਼ ਪਦ ਪੈਦਾ ਹੋ ਜਾਂਦਾ ਹੈ। ਭਾਵ ਅਜਿਹੀ ਆਤਮਿਕ ਅਵਸਥਾ ਦਾ ਚਾਨਣ ਉਹਦੇ ਅੰਦਰ ਹੋ ਜਾਂਦਾ ਹੈ ਜਿੱਥੇ ਮਾਇਆ ਦਾ ਹਨੇਰਾ ਨਹੀਂ ਰਹਿੰਦਾ। ਉਸ ਚਾਨਣ ਦੇ ਨਾਲ ਮਾਇਆ ਰੂਪ ਹਨੇਰਾ ਦੂਰ ਹੋ ਜਾਂਦਾ ਹੈ। ਜਿਵੇਂ ਹਨੇਰੇ ਦੇ ਵਿੱਚ ਰੱਸੀ ਵੀ ਪਈ ਹੋਵੇ ਤੇ ਕਈ ਵਾਰ ਭੁਲੇਖਾ ਲੱਗ ਜਾਂਦਾ ਹੈ ਕਿ ਇਹ ਸੱਪ ਹੈ, ਇਸੇ ਪ੍ਰਕਾਰ ਹੀ ਜਦੋਂ ਮਨ ਮਾਇਆ ਦੇ ਹਨੇਰੇ ਵਿੱਚ ਹੁੰਦਾ ਹੈ ਤਾਂ ਵਿਕਾਰਾਂ ਵਾਲੇ ਜੀਵਨ ਨੂੰ ਹੀ ਸਹੀ ਜੀਵਨ ਜਾਚ ਸਮਝਣ ਲੱਗ ਪੈਂਦਾ ਹੈ। ਇੰਜ ਲੱਗਦਾ ਹੈ ਕਿ ਇਹੀ ਅਸਲੀ ਜੀਵਨ ਹੈ, ਇਹਦੇ ਵਿੱਚ ਹੀ ਅਸਲੀ ਆਨੰਦ ਹੈ। ਪਰ ਜਦੋਂ ਅੰਦਰ ਪ੍ਰਕਾਸ਼ ਹੋ ਗਿਆ, ਚਾਨਣ ਹੋ ਗਿਆ ਗਿਆਨ ਦਾ, ਤਾਂ ਉਹ ਮਾਇਆ ਦਾ ਹਨੇਰਾ ਛੱਟ ਜਾਂਦਾ, ਦੂਰ ਹੋ ਜਾਂਦਾ ਹੈ ਤੇ ਅਸਲੀ ਜੀਵਨ ਜਾਚ ਸਮਝ ਦੇ ਵਿੱਚ ਆ ਜਾਂਦੀ ਹੈ। ਭ੍ਰਮ ਚੂਕਾ, ਭਰਮ ਦੂਰ ਹੋ ਜਾਂਦਾ ਹੈ। ਨਿਹਚਲ ਸ਼ਿਵ ਘਰ ਵਾਸਾ, ਤੇ ਉਸ ਮਨੁੱਖ ਦਾ ਜੋ ਨਿਵਾਸ ਹੈ, ਵਾਸ ਹੈ, ਉਸ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਹੋ ਜਾਂਦਾ ਜੋ ਸਦਾ ਹੀ ਆਨੰਦ ਦੇ ਵਿੱਚ ਰਹਿੰਦਾ ਹੈ। ਤਿੰਨ ਬਿਨ ਬਾਣੈ ਧਨਖ ਚੜਾਈਐ, ਇਹ ਜਗ ਬੇਦਿਆ ਭਾਈ। ਦਾ ਦਿਸ਼ ਬੂਢੀ ਪਵਨ ਝੁਲਾਵੈ, ਡੋਰ ਰਹੀ ਲਿਵ ਲਾਈ। ਹੇ ਸੱਜਣ, ਜਿਸ ਮਨੁੱਖ ਨੇ ਗੁਰੂ ਸ਼ਬਦ ਰੂਪ ਤੀਰ ਦਾ ਆਸਰਾ ਲਿਆ ਹੈ, ਉਸਨੇ ਮਨ ਨੂੰ ਤੀਰ ਕਮਾਨ ਚੜਾਉਣ ਤੋਂ ਬਿਨਾਂ ਹੀ, ਉਹਨੇ ਆਪਣੇ ਮੋਢੇ ਦੇ ਉੱਪਰ ਕੋਈ ਤੀਰ ਕਮਾਨ ਨਹੀਂ ਟੰਗਿਆ ਹੋਇਆ, ਪਰ ਉਹਨੇ ਫਿਰ ਵੀ ਜਗਤ ਨੂੰ ਬਿੰਨ ਲਿਆ, ਮਾਇਆ ਦੇ ਉੱਪਰ ਆਪਣਾ ਜ਼ੋਰ ਪਾ ਲਿਆ। ਅਗਲੀ ਜੋ ਪੰਕਤੀ ਹੈ ਬੜੀ ਹੀ ਮਹੱਤਵਪੂਰਨ ਹੈ। ਸਾਨੂੰ ਬਹੁਤ ਲੋਕਾਂ ਨੂੰ ਇਹ ਸਵਾਲ ਹੁੰਦਾ ਹੈ ਕਿ ਅਸੀਂ ਮਾਇਆ ਤੋਂ ਰਹਿਤ ਹੋਣਾ, ਇਹਦਾ ਮਤਲਬ ਤੇ ਇਹ ਨਹੀਂ ਹੋ ਗਿਆ ਕਿ ਅਸੀਂ ਕੁਝ ਵੀ ਨਾ ਕਰੀਏ, ਕੋਈ ਕੰਮ ਕਾਰ ਨਾ ਕਰੀਏ, ਬਸ ਸਮਾਧੀ ਲਾ ਕੇ ਬੈਠ ਜਾਈਏ। ਅਗਲੀ ਜੋ ਪੰਕਤੀ ਹੈ ਬੜੇ ਧਿਆਨ ਦੇ ਨਾਲ ਸੁਣਿਓ। ਦਾ ਦਿਸ਼ ਬੂਢੀ ਪਵਨ ਝੁਲਾਵੈ, ਦੇਖਣ ਮਾਤਰ, ਦੇਖਣ ਨੂੰ ਬੇਸ਼ੱਕ ਇੰਜ ਲੱਗੇ ਕਿ ਮਾਇਆ ਰੂਪੀ ਹਵਾ ਮਨੁੱਖ ਦੇ ਜੀਵਨ ਰੂਪੀ ਗੁੱਡੀ ਨੂੰ 10 ਦਿਸ਼ਾਵਾਂ ਦੇ ਵਿੱਚ ਝੁਲਾ ਰਹੀ ਹੈ। ਭਾਵ ਕਿ ਉਹ ਮਨੁੱਖ ਜੋ ਹੈ ਆਪਣਾ ਨਿਰਵਾਹ ਕਰਨ ਦੇ ਲਈ, ਜੀਵਨ ਨੂੰ ਚਲਾਉਣ ਦੇ ਲਈ 10 ਪਾਸੇ ਟੱਕਰਾਂ ਮਾਰਦਾ ਫਿਰਦਾ ਹੈ। ਆਹ ਕੰਮ ਕਰ ਲਿਆ, ਉਹ ਕੰਮ ਕਰ ਲਿਆ, ਇੱਧਰੋਂ ਵੀ ਪੈਸਾ ਇਕੱਠਾ ਕਰ ਲਿਆ, ਉੱਧਰੋਂ ਵੀ ਕਰ ਲਿਆ, ਪਰ ਜਿਹਦੀ ਡੋਰ ਉਸ ਪਰਮਾਤਮਾ ਦੇ ਨਾਲ ਜੁੜੀ, ਜਿਹਦੇ ਅੰਦਰ ਚਾਨਣ ਹੋਇਆ ਹੈ, ਉਹਦੀ ਲਿਵ ਸਦਾ ਪਰਮਾਤਮਾ ਨਾਲ ਜੁੜੀ ਰਹਿੰਦੀ ਹੈ। ਡੋਰ ਰਹੀ ਲਿਵ ਲਾਈ। ਸਾਨੂੰ ਵੇਖਣ ਨੂੰ ਲੱਗਦਾ ਹੈ ਕਿ ਉਹ ਮਨੁੱਖ ਤੇ ਮਾਇਆ ਦੇ ਵਿੱਚ ਗਰਸਿਆ ਪਿਆ, ਉਹ ਤੇ ਮਾਇਆ ਦੀ ਖਾਤਰ ਕੀ ਪਾਪੜ ਬੇਲਦਾ ਪਿਆ, ਪਰ ਉਹਦੀ ਲਿਵ ਪਰਮਾਤਮਾ ਨਾਲ ਲੱਗੀ ਹੈ। ਬੇਸ਼ੱਕ ਉਹ ਆਪਣਾ ਨਿਰਵਾਹ ਕਰਨ ਦੇ ਲਈ ਬਹੁਤ ਯਤਨ ਕਰ ਰਿਹਾ ਹੈ, ਪਰ ਫਿਰ ਵੀ ਉਹਦਾ ਦਿਲ ਏਡਾ ਵੱਡਾ ਹੈ ਕਿ ਆਪਣੇ ਥੋੜੇ ਦੇ ਵਿੱਚੋਂ ਵੀ ਬਹੁਤਾ ਦੇਣ ਦੀ ਝਿਜਕ ਨਹੀਂ ਕਰਦਾ। ਜੇ ਕਿਸੇ ਨੂੰ ਲੋੜ ਹੋਵੇ ਤਾਂ ਉਹਨੂੰ ਆਪਣਾ ਨਿਰਵਾਹ ਕਰਨ ਤੱਕ ਮਤਲਬ ਹੈ, ਪੈਸਾ ਇਕੱਠਾ ਕਰਨ ਦੀ ਹੋੜ ਨਹੀਂ ਹੈ। ਜੇ ਉਹਦੀਆਂ ਜ਼ਰੂਰਤਾਂ ਪੂਰੀਆਂ ਹੋ ਰਹੀਆਂ ਨੇ, ਉਹਨੂੰ ਕੋਈ ਮਤਲਬ ਨਹੀਂ ਕਿ ਉਹਦੇ ਕੋਲ ਇਕੱਠਾ ਕੋਈ ਪੈਸਾ ਹੋ ਰਿਹਾ ਹੈ ਕਿ ਨਹੀਂ। ਹਾਂ, ਆਪਣੇ ਭਵਿੱਖ ਦੇ ਲਈ ਥੋੜ੍ਹਾ ਬਹੁਤ ਹਰ ਇਨਸਾਨ ਹੀ ਬਚਾ ਕੇ ਚੱਲਦਾ ਹੈ, ਤਾਂ ਉਹ ਵੀ ਸੋਚੇਗਾ। ਕਿਸੇ ਦੂਜੇ ਦਾ ਨੁਕਸਾਨ ਕਰਕੇ, ਕਿਸੇ ਦੂਜੇ ਦੀ ਰੋਟੀ ਨੂੰ ਲੱਤ ਮਾਰ ਕੇ ਆਪਣਾ ਘਰ ਨਹੀਂ ਭਰੇਗਾ, ਕਿਉਂਕਿ ਉਹਦੀ ਲਿਵ ਪਰਮਾਤਮਾ ਨਾਲ ਜੁੜੀ ਹੈ। ਉਹਦੇ ਅੰਦਰੋਂ ਮਾਇਆ ਦਾ ਹਨੇਰਾ ਦੂਰ ਹੋ ਚੁੱਕਿਆ, ਗਿਆਨ ਦਾ ਚਾਨਣ ਹੋ ਚੁੱਕਿਆ। ਉਨਮਨ ਮਨੁਆ ਸੁਨ ਸਮਾਨਾ, ਦੁਬਿਧਾ ਦੁਰਮਤ ਭਾਗੀ। ਕਹੋ ਕਬੀਰ ਅਨਭਉ ਇੱਕ ਦੇਖਿਆ, RAM ਨਾਮ ਲਿਵ ਲਾਗੀ। ਹੇ ਕਬੀਰ, ਆਖ ਉਸ ਮਨੁੱਖ ਦਾ ਮਨ ਬਿਰਹੋਂ ਅਵਸਥਾ ਵਿੱਚ ਅੱਪੜ ਕੇ ਉਸ ਹਾਲਤ ਵਿੱਚ ਲੀਨ ਹੋ ਜਾਂਦਾ ਹੈ ਜਿੱਥੇ ਵਿਕਾਰਾਂ ਦੇ ਫੁਰਨੇ ਨਹੀਂ ਉੱਠਦੇ। ਉਸ ਦੀ ਦੁਬਿਧਾ ਤੇ ਭੈੜੀ ਮੱਤ ਨਾਸ ਹੋ ਜਾਂਦੀ ਹੈ।
ਉਹ ਇੱਕ ਅਚਰਜ ਚਮਤਕਾਰਾ ਆਪਣੇ ਅੰਦਰ ਵੇਖ ਲੈਂਦਾ ਹੈ। ਉਸ ਦੀ ਸੁਰਤ ਪ੍ਰਭੂ ਦੇ ਨਾਮ ਵਿੱਚ ਜੁੜ ਜਾਂਦੀ ਹੈ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 332ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। 3 ਸ਼ਬਦ ਅੱਜ ਦੀ ਬਾਣੀ ਦੇ ਵਿੱਚ ਆਪਾਂ ਪੜ੍ਹੇ ਹਨ। ਪਹਿਲੇ ਸ਼ਬਦ ਦੇ ਵਿੱਚ ਉਹਨਾਂ ਲੋਕਾਂ ਦੀ ਗੱਲ ਹੋਈ ਹੈ ਜੋ ਪ੍ਰਮਾਤਮਾ ਦੇ ਨਾਲੋਂ ਟੁੱਟੇ ਹੋਏ ਹਨ, ਕੁਟਲ ਨੀਤੀਆਂ ਅਪਣਾਉਂਦੇ ਹਨ, ਚਲਾਕੀਆਂ ਕਰਦੇ ਹਨ ਜੀਵਨ ਦੇ ਵਿੱਚ, ਆਪ ਕਾਣੇ ਹੋਣ ਦੇ ਬਾਵਜੂਦ ਦੂਜਿਆਂ ਦੇ ਉੱਪਰ ਹੱਸਦੇ ਹਨ, ਕਿਸੇ ਪ੍ਰਕਾਰ ਦੀ ਕੋਈ ਸ਼ਰਮ ਨਹੀਂ ਕਰਦੇ। ਦੂਸਰੇ ਸ਼ਬਦ ਦੇ ਵਿੱਚ ਹਿੰਦੂ ਮਤ ਦੀਆਂ 2 ਪ੍ਰਕਿਰਿਆਵਾਂ, 2 ਰਸਮਾਂ ਦੀ ਨਿਖੇਧੀ ਕਹਿ ਲਈਏ ਜਾਂ ਖੰਡਨ ਕਹਿ ਲਈਏ ਕਬੀਰ ਜੀ ਨੇ ਕੀਤਾ, ਤੇ ਲੌਜਿਕ ਦੇ ਨਾਲ ਤਰਕ ਦੇ ਆਧਾਰ ਤੇ ਸਵਾਲ ਵੀ ਪੁੱਛੇ। ਤੇ ਤੀਸਰਾ ਜੋ ਸ਼ਬਦ ਹੈ ਉਹਦੇ ਵਿੱਚ ਉਸ ਮਨੁੱਖ ਦੀ ਗੱਲ ਕੀਤੀ ਜਿਹਦੇ ਅੰਦਰ ਪ੍ਰਮਾਤਮਾ ਦੇ ਨਾਮ ਰੂਪੀ ਗਿਆਨ ਰੂਪੀ ਚਾਨਣ ਹੋ ਗਿਆ, ਤੇ ਉਹ ਚਾਨਣ ਐਸਾ ਹੋਇਆ ਕਿ ਉਹਦੀ ਬੁੱਧੀ ਵਿਕਾਰਾਂ ਵੱਲੋਂ ਹਟ ਗਈ, ਵਿਕਾਰਾਂ ਵੱਲੋਂ ਉਹ ਮਰ ਗਿਆ, ਉੱਚੀ ਆਤਮਿਕ ਅਵਸਥਾ ਦੇ ਵਿੱਚ ਜਿਉਂ ਉੱਠਿਆ। ਹੁਣ ਮਾਇਆ ਦੇ ਵਿੱਚ ਵਿਚਰਦਾ ਹੋਇਆ ਵੀ ਮਾਇਆ ਤੋਂ ਰਹਿਤ ਹੈ, ਕਿਰਤਕਾਰ ਕਰਦਾ ਹੈ ਪਰ ਦਿਲ ਦੇ ਵਿੱਚ ਮੈਲ ਨਹੀਂ, ਸੁਰਤ ਪ੍ਰਮਾਤਮਾ ਨਾਲ ਜੁੜੀ ਹੋਈ ਹੈ। ਅੱਜ ਦੀ ਬਾਣੀ ਦੇ ਵਿੱਚੋਂ ਇਹ ਇੱਕ ਬਹੁਤ ਮਹੱਤਵਪੂਰਨ ਸੰਦੇਸ਼ ਜੇ ਅਸੀਂ ਆਪਣੇ ਲੜ ਬੰਨ੍ਹ ਲਈਏ ਕਿ ਕਿਰਤਕਾਰ ਕਰਨੀ ਸਾਡੇ ਫਰਜ਼ ਬਣਦੇ ਆ। ਸੰਸਾਰ ਦੇ ਵਿੱਚ ਵਿਚਰ ਰਹੇ ਆ, ਜ਼ਰੂਰਤਾਂ ਮਨੁੱਖ ਦੀਆਂ ਹਨ, ਉਹਨਾਂ ਨੂੰ ਪੂਰਾ ਕਰਨਾ ਹੈ। ਪੂਰਾ ਕਰਨ ਦੇ ਲਈ ਸੰਸਾਰ ਦਾ ਸਿਸਟਮ ਹੀ ਇੱਦਾਂ ਦਾ ਹੈ ਕਿ ਸਾਨੂੰ ਪੈਸਾ ਚਾਹੀਦਾ ਹੈ, ਤੇ ਉਹ ਪੈਸਾ ਸਾਨੂੰ ਘਰ ਬੈਠਿਆਂ ਨੂੰ ਨਹੀਂ ਮਿਲਣਾ। ਉਹਦੇ ਲਈ ਸਾਨੂੰ ਕਿਰਤ ਕਰਨੀ ਪਏਗੀ। ਜਦ ਤੱਕ ਅਸੀਂ ਕਿਰਤ ਕਰ ਰਹੇ ਹਾਂ, ਆਪਣੀ ਮਿਹਨਤ 'ਤੇ ਵਿਸ਼ਵਾਸ ਰੱਖ ਰਹੇ ਹਾਂ, ਕਿਸੇ ਦੂਜੇ ਦੀ ਰੋਟੀ ਨੂੰ ਲੱਤ ਮਾਰ ਕੇ ਆਪਣੀ ਨਹੀਂ ਪਕਾ ਰਹੇ ਤੇ ਸੁਰਤ ਪ੍ਰਮਾਤਮਾ ਦੇ ਨਾਲ ਜੋੜੀ ਰੱਖਦੇ ਹਾਂ, ਉਦੋਂ ਤੱਕ ਅਸੀਂ ਸਹੀ ਜੀਵਨ ਪੰਧ 'ਤੇ ਚੱਲ ਰਹੇ ਹਾਂ। ਸਾਡੇ ਅੰਦਰ ਚਾਨਣ ਹੈ, ਹਨੇਰਾ ਨਹੀਂ ਹੈ। ਇਸ ਸੰਦੇਸ਼ ਨੂੰ ਆਪਣੇ ਜੀਵਨ ਦਾ ਅਨਿੱਖੜਵਾਂ ਅੰਗ ਬਣਾ ਲਈਏ। ਪ੍ਰਮਾਤਮਾ ਜੀ ਸਾਡੇ 'ਤੇ ਮਿਹਰ ਕਰਨ ਕਿ ਅਸੀਂ ਅਜਿਹਾ ਕਰ ਪਾਈਏ। ਇਸੇ ਹੀ ਸੰਦੇਸ਼ ਦੇ ਨਾਲ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।